ਬਹੁਤ ਮਤਲਬ ਇਹ ਸੈਡ ਨਿਊਜ਼ ਆ ਪਿੱਛੇ ਬੈਠੇ ਘਰਦਿਆਂ ਦੁਆਰਾ ਵੀ ਇਹ ਕਿਹਾ ਜਾਂਦਾ ਵੀ ਤੁਸੀਂ ਕੰਮ ਤੇ ਨਾ ਜਾਓ ਕਿਉਂਕਿ ਜ਼ਿੰਦਗੀ ਸਭ ਨੂੰ ਪਿਆਰੀ ਹੁੰਦੀ ਹੈ। ਹਮੇਸ਼ਾ ਮੈਂ ਇਹੀ ਸਲਾਹ ਦਊਂਗੀ ਜਿਹੜੇ ਵੀ ਐਜ਼ ਅ ਨਰਸਿੰਗ ਸਟੂਡੈਂਟ ਇੱਥੇ ਆਉਂਦੇ ਆ। ਸਟੱਡੀ ਦੇ ਨਾਲ ਫਿਰ 40 ਘੰਟੇ ਕੰਮ ਜਿਹੜਾ ਇਸ ਸਮੇਂ ਪਰਮਿਸ਼ਨ ਮਿਲੀ ਕੰਮ ਕਰਕੇ ਉਹਨਾਂ ਨੇ ਆਪਦੀ ਜਿਹੜੀ ਸਿਹਤ ਆ ਉਹਨੂੰ ਪਿੱਛੇ ਰੱਖ ਕੇ ਕੈਨੇਡਾ ਨੂੰ ਮੂਹਰੇ ਰੱਖਿਆ ਲੋਕਾਂ ਨੂੰ ਸਰਵ ਕਰਨ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਖਾਸ ਇਸ ਪੇਸ਼ਕਸ਼ ਦੇ ਵਿੱਚ ਅਸੀਂ ਅਹਿਮ ਜਾਣਕਾਰੀ ਲੈ ਕੇ ਆਏ ਹਾਂ, ਜਿਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਜੋ ਹੈਲਥ ਕੇਅਰ ਸੈਕਟਰ ਵਿੱਚ ਕੰਮ ਕਰ ਰਹੇ ਨੇ ਤੇ ਨਾਲ ਹੀ ਫੂਡ ਸੈਕਟਰ ਵਿੱਚ ਕੰਮ ਕਰ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਆਖਿਰ ਕਿਹੜੀਆਂ ਚੁਣੌਤੀਆਂ ਦਾ ਉਹ ਸਾਹਮਣਾ ਕਰ ਰਹੇ ਨੇ ਤੇ ਹੋਰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਦੇ ਕਿਹੋ ਜਿਹੇ ਸਵਾਲ ਉਹਨਾਂ ਦੇ ਕੋਲ ਆਉਂਦੇ ਨੇ, ਕਿਉਂਕਿ ਟੀਮ ਵੀ ਕੇਅਰ ਦੇ ਨਾਲ ਜੁੜੇ ਹੋਏ ਨੇ ਤਾਂ ਉਸਨਾਂ ਦੇ ਵੱਲੋਂ ਕਿਵੇਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ। ਤੇ ਇਸ ਦੇ ਨਾਲ ਹੀ ਫੂਡ ਸੈਕਟਰ ਦੇ ਵਿੱਚ ਕੰਮ ਕਰਦੇ ਨੌਜਵਾਨ ਤੋਂ ਪੁੱਛਾਂਗੇ ਕਿ ਉਹਨਾਂ ਦੇ ਵੱਲੋਂ ਜੋ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਉਸ ਇਸ ਬਾਬਤ ਵੀ ਹੈ ਕਿ ਕਿਵੇਂ ਉਹ ਜੋ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਬੈਠੇ ਨੇ ਉਹਨਾਂ ਦੇ ਵੱਲੋਂ ਜਿਹੜੇ ਖਾਸ ਸਵਾਲ ਪੁੱਛੇ ਜਾਂਦੇ ਨੇ ਉਸ ਦੇ ਉੱਤੇ ਕਿਵੇਂ ਦੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ। ਗੱਲਬਾਤ ਕਰਦੇ ਹੋ ਉਹਨਾਂ ਦੇ ਨਾਲ। ਤੇ ਫਿਰ ਤੁਸੀਂ ਕੀ ਕੰਮ ਕਰਦੇ ਹੋ? ਮੈਂ ਐਜ਼ ਅ ਹੈਲਥ ਕੇਅਰ ਏਡ ਹੋਮ ਕੇਅਰ ਦੇ ਵਿੱਚ ਕੰਮ ਕਰਦੀ ਹਾਂ। ਤੇ ਫਿਰ ਉੱਥੇ ਕਿਹੜੇ ਚੈਲੰਜਸ ਨੇ? ਐਕਚੁਅਲੀ ਇੱਥੇ ਸਭ ਤੋਂ ਜ਼ਿਆਦਾ ਚੈਲੰਜਸ ਨੇ ਹਸਪੀਟਲ ਜਾਂ ਇੱਕ ਫੈਸਿਲਿਟੀ ਦੇ ਵਿੱਚ ਕੰਮ ਕਰਨ ਨਾਲੋਂ, ਬਿਕੋਜ਼ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਐਂਡ ਯੂ ਨੈਵਰ ਨੋ ਕਿ ਉੱਥੇ ਕਿੱਦਾਂ ਦੇ ਰਿਸਕ ਨੇ, ਕਿੱਦਾਂ ਦੇ ਤੁਹਾਨੂੰ ਉੱਥੇ ਲੋਕ ਮਿਲਦੇ, ਉਹਨਾਂ ਦੀ ਫੈਮਿਲੀ 'ਚ ਕੌਣ ਹੈ। ਹਾਂਜੀ, ਵੈਸੇ ਤਾਂ ਜਿਹੜੀਆਂ ਕੰਪਨੀਜ਼ ਨੇ ਉਹ ਉਹਨਾਂ ਤੋਂ ਕੁਐਸਚਨਰ ਪੁੱਛਦੀਆਂ, ਬਟ ਫਿਰ ਵੀ ਇੱਕ ਉਹਨਾਂ ਨਾਲ ਡਾਇਰੈਕਟ ਕੰਟੈਕਟ ਨਹੀਂ ਹੁੰਦਾ, ਤਾਂ ਕਰਕੇ ਆਪਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਘਰ ਵਿੱਚ ਜਾਂਦੇ ਆ ਕਿੱਦਾਂ ਦੇ ਰਿਸਕ ਹੁੰਦੇ ਆ। ਉਹ ਜਦੋਂ ਆਪਾਂ ਜਾਂਦੇ ਆ ਤਾਂ ਉੱਥੇ ਜਾ ਕੇ ਪਤਾ ਲੱਗਦਾ ਹੈ। ਤੇ ਫਿਰ ਕੋਈ ਮਤਲਬ ਐਗਜ਼ਾਮਪਲ ਦੇਣਾ ਚਾਹੁੰਦੇ ਹੋ ਕਿਵੇਂ ਦੇ ਤੁਹਾਨੂੰ ਉੱਥੇ ਰਿਸਕ ਫੀਲ ਵੀ ਹੋਏ ਤੇ ਖੁਦ ਨੂੰ ਵੀ ਡਰ ਤਾਂ ਲੱਗਦਾ ਹੋਣਾ? ਹਾਂਜੀ, ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਬਿਕੋਜ਼ ਐਜ਼ ਅ ਸਟੂਡੈਂਟ ਆਪਣੇ ਕੋਲ ਕਾਰ ਨਹੀਂ ਹੁੰਦੀ ਤਾਂ ਜਦੋਂ ਬੱਸਿਸ ਦੇ ਵਿੱਚ ਜਾਂਦੇ ਹਾਂ ਸਭ ਤੋਂ ਵੱਡਾ ਰਿਸਕ ਤਾਂ ਉੱਥੇ ਹੈ। ਤਾਂ ਮੇ ਬੀ ਸ਼ਾਇਦ ਆਪਾਂ ਉਹਨਾਂ ਨੂੰ ਇਨਫੈਕਸ਼ਨ ਕੈਰੀ ਕਰਦੇ ਹੋਈਏ, ਬਟ ਜਦੋਂ ਉੱਥੇ ਜਾਂਦੇ ਹਾਂ ਤੇ ਸਮ ਟਾਈਮ ਇੰਨਾ ਹਾਈਜੀਨਿਕ ਨਹੀਂ ਹੁੰਦਾ ਘਰ ਜਿਹੜਾ ਹੁੰਦਾ, ਬਟ ਫਿਰ ਵੀ ਕੁਐਸਚਨ ਪੁੱਛਦੇ ਆ, ਬਟ ਆਪਾਂ ਨੂੰ ਨਹੀਂ ਪਤਾ ਕਿ ਉਹ ਕਿੰਨੇ ਕੁ ਓਨੈਸਟ ਨੇ ਉਹ ਚੀਜ਼ ਨੂੰ ਲੈ ਕੇ। ਤੇ ਫਿਰ ਡਿਸਟੈਂਸ ਮੇਨਟੇਨ ਕਰਦੇ ਆ, ਮਾਸਕ ਐਂਡ ਗਲਵਜ਼। ਪਹਿਲਾਂ ਬਿਕੋਜ਼ ਇਹ ਨੈਸੈਸਰੀ ਨਹੀਂ ਹੋਏ ਸੀ ਜਦੋਂ ਕੋਵਿਡ-19 ਸਟਾਰਟ ਹੋਇਆ ਸੀ, ਬਟ ਹੁਣ ਹੋ ਗਿਆ ਆ। ਬਟ ਸਟਿਲ ਜਿਹੜਾ ਇੱਕ ਪੇਸ਼ੈਂਟ ਆ ਉਹਨੇ ਮਾਸਕ ਨਹੀਂ ਪਾਇਆ ਹੁੰਦਾ, ਬਟ ਜਿਹੜੀ ਹੈਲਥ ਕੇਅਰ ਹੁੰਦੀ ਆ ਉਹਨੇ ਪਾਇਆ ਹੁੰਦਾ, ਬਟ ਫਿਰ ਵੀ ਇੱਕ ਐਜ਼ ਅ ਰਿਸਕ ਉਹਨਾਂ ਨੂੰ ਵੀ ਪਾਉਣਾ ਚਾਹੀਦਾ ਆ ਤੇ ਉਹਨਾਂ ਲਈ ਵੀ ਕੁਝ ਗਾਈਡਲਾਈਨਸ ਹੋਣੀਆਂ ਚਾਹੀਦੀਆਂ ਨੇ ਅਗਰ ਅਸੀਂ ਉਹਨਾਂ ਦੇ ਘਰ ਜਾਂਦੇ ਹਾਂ। ਤੇ ਫਿਰ ਤੁਹਾਨੂੰ PPE ਕਿੱਟ ਪੂਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ? ਸਿਰਫ ਮਾਸਕ ਐਂਡ ਗਲਵਜ਼, ਇਹ ਸਿਰਫ ਇਹੀ, ਹੋਰ ਕੁਝ ਨਹੀਂ ਪ੍ਰੋਵਾਈਡ ਕੀਤਾ ਜਾਂਦਾ। ਤੇ ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅੱਗੇ ਜਿਹੜਾ ਪੇਸ਼ੈਂਟ ਆ ਉਹ ਕਿਵੇਂ ਹੈ, ਬਿਮਾਰ ਕਿੰਨਾ ਕੁ ਹੈ? ਐਕਚੁਅਲ 'ਚ ਉਹ ਥੋੜ੍ਹਾ ਜਿਹਾ ਬਾਇਓਡਾਟਾ ਦਿੰਦੇ ਆ ਉਹਨਾਂ ਦਾ, ਬਟ ਉਹ ਇੱਕ ਸਿਰਫ ਬਰੀਫ ਡਿਸਕ੍ਰਿਪਸ਼ਨ ਹੁੰਦੀ ਹੈ, ਇੱਕ ਡਿਟੇਲਡ ਨਹੀਂ ਹੁੰਦੀ। ਉਹ ਸਿਰਫ ਜਦੋਂ ਉਹਨਾਂ ਦੇ ਕੰਟੈਕਟ ਵਿੱਚ ਜਾਂਦੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਦੀ ਹਿਸਟਰੀ ਲੈਂਦੇ ਆ ਜਾ ਕੇ ਘਰ, ਉਦੋਂ ਹੀ ਪਤਾ ਲੱਗਦਾ ਹੈ। ਤੁਸੀਂ ਸਟੱਡੀ ਵੀ ਕਰਦੇ ਹੋ? ਹਾਂਜੀ। ਤੇ ਫਿਰ ਨਾਲ ਦੇ ਨਾਲ ਸਟੱਡੀ ਦੇ ਨਾਲ ਫਿਰ 40 ਘੰਟੇ ਕੰਮ ਜਿਹੜਾ ਇਸ ਸਮੇਂ ਪਰਮਿਸ਼ਨ ਮਿਲੀ ਹੈ ਉਸ ਹਿਸਾਬ ਨਾਲ ਕਰ ਰਹੇ ਹੋ? ਉਸ ਹਿਸਾਬ ਨਾਲ ਟਰਾਈ ਕਰਦੇ ਆ, ਬਟ ਜਿੱਦਾਂ ਜਿਹੜੀਆਂ ਕੰਪਨੀਜ਼ ਨੇ ਉਹ ਵੀ ਪੇਸ਼ੈਂਟ ਲੂਜ਼ ਕਰ ਰਹੀਆਂ ਨੇ, ਉਹਦੇ ਕਰਕੇ ਕਈ ਵਾਰ ਆਵਰਸ ਘੱਟ ਜਾਂਦੇ ਆ, ਸਮ ਟਾਈਮ ਵੱਧ ਜਾਂਦੇ ਆ। ਸੋ ਇਹ ਵੀ ਇੱਕ ਮਤਲਬ ਜੇ ਆਵਰਸ ਦੀ ਲਿਮਿਟ ਵਧੀ ਹੈ ਤਾਂ ਐਟਲੀਸਟ ਜੇ ਸਾਡੇ ਕਿਤੇ ਕੰਮ ਘੱਟ ਰਿਹਾ, ਬਿਕੋਜ਼ ਓਬਵੀਅਸਲੀ ਉਹਦੇ ਲਈ ਅਸੀਂ ਕਰਬ ਲਈ ਨਹੀਂ ਹੈਗੇ ਐਲੀਜੀਬਲ, ਤਾਂ ਉਹਦੇ ਕਰਕੇ ਸਾਨੂੰ ਕੋਈ ਐਕਸਟਰਾ ਬੈਨੀਫਿਟਸ ਦਿੱਤੇ ਜਾਣ, ਬਿਕੋਜ਼ ਜਿਹੜੇ ਪਰਮਾਨੈਂਟ ਹੈਲਥ ਕੇਅਰ ਵਰਕਰਸ ਨੇਗੇ ਉਹਨਾਂ ਨੂੰ ਗਵਰਨਮੈਂਟ ਡਾਇਰੈਕਟਲੀ ਦਿੰਦੀ ਆ ਬੈਨੀਫਿਟ, ਬਟ ਜਿਹੜੇ ਹੋਮ ਕੇਅਰ ਦੇ ਵਿੱਚ ਨੇ ਉਹ ਅਨਰਿਕਗਨਾਈਜ਼ਡ ਨੇ, ਨਾ ਉਹਨਾਂ ਨੂੰ ਰਿਕਗਨਾਈਜ਼ ਕੀਤਾ ਜਾਂਦਾ, ਨਾ ਉਹਨਾਂ ਨੂੰ ਕੋਈ ਬੈਨੀਫਿਟ ਦਿੱਤੇ ਜਾਂਦੇ ਆ। ਜੀ। ਤੇ ਫਿਰ ਜਿਹੜਾ ਉਹਦਾ ਹੈਗਾ ਰਿਸਕ ਹੈਗਾ ਕਿ ਤੁਸੀਂ ਅਗਰ ਤੁਹਾਡਾ ਕੰਮ ਛੁੱਟ ਜਾਂਦਾ ਹੈ ਜਾਂ ਫਿਰ ਇਹਦੇ ਵਿੱਚ ਤੁਹਾਨੂੰ ਕੁਆਰੰਟੀਨ ਵੀ ਕਰਨਾ ਪੈਂਦਾ ਹੈ, ਤੇ ਫਿਰ ਅੱਗੇ ਤੁਸੀਂ ਐਲੀਜੀਬਲ ਹੋ ਕਿ ਤੁਸੀਂ ਜਿਹੜੀ ਇਸ ਸਮੇਂ ਮਦਦ ਦਿੱਤੀ ਜਾ ਰਹੀ ਹੈ ਉਹ ਤਾਂ ਤੁਸੀਂ ਲੈ ਸਕਦੇ ਹੋ? ਨਹੀਂ, ਉਹ ਵੀ ਫਿਰ ਗਵਰਨਮੈਂਟ ਦੀਆਂ ਗਾਈਡਲਾਈਨਸ 'ਤੇ ਡਿਪੈਂਡ ਕਰਦਾ, ਬਟ ਐਜ਼ ਅ ਹੋਮ ਕੇਅਰ ਏਡ ਉਹਦੇ ਵਿੱਚ ਕੁਝ ਸਪੈਸ਼ਲ ਬੈਨੀਫਿਟ ਨਹੀਂ ਹੈਗੇ। ਤੇ ਉਹਦੇ ਵਿੱਚ ਜਿਹੜੀ ਇਨਕਮ ਉਹ ਵੀ ਘੱਟ ਹੁੰਦੀ ਹੈ? ਹਾਂਜੀ, ਫਿਰ ਇਨਕਮ ਵੀ ਜਿੱਦਾਂ ਮੇਰਾ ਇਹ ਪਰਸਨਲ ਐਕਸਪੀਰੀਅੰਸ ਰਿਹਾ, ਬਿਕੋਜ਼ ਪਹਿਲਾਂ ਮੈਨੂੰ ਆਲਮੋਸਟ ਐਜ਼ 30 ਆਵਰਸ ਅ ਵੀਕ ਕੰਮ ਕਰਦੀ ਸੀ, ਬਟ ਇੱਕਦਮ ਡਾਊਨਫਾਲ ਹੋ ਗਿਆ ਕਿਉਂਕਿ ਉਹਨਾਂ ਨੇ ਪੇਸ਼ੈਂਟ ਲੂਜ਼ ਕਰਤੇ, ਬਟ ਉਹਦੇ ਲਈ ਕੁਝ ਬੈਨੀਫਿਟਸ ਨਹੀਂ ਮਿਲੇ ਕਿਉਂਕਿ ਜੋ ਆਵਰਸ ਘੱਟ ਗਏ ਆ ਉਹਨਾਂ ਨੇ ਇੱਕ ROE ਜ਼ਰੂਰ ਦਿੱਤੀ ਸੀ, ਬਟ ਉਹਦਾ ਕੁਝ ਬੈਨੀਫਿਟ ਨਹੀਂ ਹੋਇਆ। ਤੇ ਫਿਰ 31 ਤੋਂ ਬਾਅਦ ਜਿਹੜੇ ਹੁਣ ਘੰਟੇ ਮੁੜ ਤੋਂ 20 ਘੰਟੇ ਕੰਮ ਕਰਨ ਦਾ ਕੀਤਾ ਜਾ ਰਿਹਾ ਉਹਨੂੰ ਲੈ ਕੇ ਤੁਸੀਂ ਕਿਵੇਂ ਤਿਆਰ ਹੋ ਫਿਰ? ਇੱਕ ਬਹੁਤ ਮਤਲਬ ਇਹ ਸੈਡ ਨਿਊਜ਼ ਆ, ਬਿਕੋਜ਼ ਸਟੂਡੈਂਟਸ ਲਈ ਇਹ ਚੀਜ਼ ਨਹੀਂ ਵਧਾਈ ਜਾ ਰਹੀ ਜਦ ਕਿ ਹੋਣੀ ਚਾਹੀਦੀ ਆ, ਬਿਕੋਜ਼
ਸਾਰਿਆਂ ਨੂੰ ਪਤਾ ਹੈ ਕਿ ਕਰਵ ਦੇ ਬੈਨੀਫਿਟ ਗਵਰਨਮੈਂਟਸ ਨੇ ਵਧਾਤੇ ਆ ਤੇ ਕੋਵਿਡ-19 ਵੀ ਹਲੇ ਖਤਮ ਨਹੀਂ ਹੋਇਆ, ਤਾਂ ਉਹਦੇ ਕਰਕੇ ਇਹ ਬੈਨੀਫਿਟਸ ਵੀ ਕੰਟੀਨਿਊ ਹੋਣੇ ਚਾਹੀਦੇ ਆ ਸਟੂਡੈਂਟਸ ਲਈ, ਤਾਂ ਕਿ ਜਿਹੜਾ ਉਹਨਾਂ ਨੇ ਐਜ਼ ਅ ਫਰੰਟ ਲਾਈਨ ਵਰਕਰ ਅੱਗੇ ਹੋ ਕੇ ਕੰਮ ਕੀਤਾ ਆ ਆਪਣੀ ਲਾਈਫ ਨੂੰ ਰਿਸਕ 'ਚ ਪਾ ਕੇ, ਤਾਂ ਉਹਦੇ ਕੁਝ ਤਾਂ ਉਹਨਾਂ ਨੂੰ ਬੈਨੀਫਿਟਸ ਹੋਣੇ ਚਾਹੀਦੇ ਆ। ਤੇ ਫਿਰ ਤੁਸੀਂ ਅੱਗੇ ਮੰਗ ਤਾਂ ਕਰਦੇ ਹੋ ਕਿ ਇਹ ਵੇ ਉਮੀਦ ਹੈਗੀ ਹੈ? ਹਾਂਜੀ, ਉਮੀਦ ਹੈਗੀ ਜੀ। ਤੇ ਫਿਰ ਜਿਵੇਂ ਹੁਣ ਤੁਸੀਂ ਕਿਹਾ ਤੁਸੀਂ ਹੈਲਥ ਕੇਅਰ ਵਰਕਰ ਵਜੋਂ ਕੰਮ ਕਰਦੇ ਹੋ, ਇਸ ਸਮੇਂ ਹੈਲਥ ਕੇਅਰ ਵਰਕਰਸ ਦਾ ਕੰਮ ਸਭ ਤੋਂ ਜ਼ਿਆਦਾ ਅਹਿਮ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਬਿਜ਼ਨਸ ਤੇ ਕੁਝ ਖਰੀਦਣ ਵੀ ਜਾਂਦੇ ਹੋ, ਪਰ ਇਹ ਵੀ ਹੈ ਕਿ ਉਹ ਪੁੱਛਦੇ ਨੇ ਕਿ ਤੁਸੀਂ ਐਸੈਂਸ਼ੀਅਲ ਸਰਵਿਸਿਜ਼ ਵਿੱਚ ਕੰਮ ਕਰਦੇ ਹੋ, ਹੈਲਥ ਕੇਅਰ ਵਰਕਰਸ ਨੂੰ ਉੱਥੇ ਵੀ ਦਿੱਕਤ ਆਈ ਹੈ, ਤੁਹਾਨੂੰ ਕਦੇ ਐਵੇਂ ਦੀ ਦਿੱਕਤ ਆਈ ਹੈ? ਹਾਂਜੀ, ਆਉਂਦੀ ਹੈ, ਬਿਕੋਜ਼ ਸਮ ਟਾਈਮ ਇਹ ਚੀਜ਼ ਨੂੰ ਇੱਕ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਕਿ ਤੁਸੀਂ ਕਿਸੇ ਪੇਸ਼ੈਂਟ ਦੇ ਕੰਟੈਕਟ ਵਿੱਚ ਆਉਂਦੇ ਹੋ, ਉਹਨਾਂ ਦੀ ਫੈਮਿਲੀਜ਼ ਦੇ ਕੰਟੈਕਟ ਵਿੱਚ ਆਉਂਦੇ ਆ, ਤਾਂ ਉਹ ਇੱਕ ਤਰ੍ਹਾਂ ਦਾ ਡਿਸਐਡਵਾਂਟੇਜ ਵੀ ਹੋ ਜਾਂਦੀ ਹੈ ਸਮ ਟਾਈਮ। ਤੇ ਫਿਰ ਜਿਹੜੀ ਪਟੀਸ਼ਨ ਦੀ ਵੀ ਮੰਗ ਕੀਤੀ ਗਈ ਹੈ, ਹੈਲਥ ਕੇਅਰ ਵਰਕਰਸ ਦੇ ਵਿੱਚ ਰਿਫਿਊਜੀ ਸੀ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਗਈ, ਤੇ ਫਿਰ ਜਿਹੜੇ ਚਾਹੇ ਸਟੂਡੈਂਟ ਪਰਮਿਟ ਤੇ ਹੋ ਜਿਵੇਂ ਤੁਸੀਂ, ਤਾਂ ਫਿਰ ਇਸ ਚੀਜ਼ ਨੂੰ ਲੈ ਕੇ ਕੋਈ ਉਮੀਦ ਹੈਗੀ ਹੈ ਕਿ ਸਰਕਾਰ ਵੱਲੋਂ ਪੱਕੇ ਕਰਨ ਨੂੰ ਲੈ ਕੇ ਕੁਝ? ਹਾਂਜੀ, ਹੋਣਾ ਚਾਹੀਦਾ, ਬਿਕੋਜ਼ ਜਦੋਂ ਇੱਕ ਇੰਟਰਨੈਸ਼ਨਲ ਸਟੂਡੈਂਟਸ ਕੋਈ ਪਿੱਛੋਂ ਨਰਸਿੰਗ ਵੀ ਕਰਕੇ ਆਉਂਦਾ ਆ, ਤਾਂ ਉਹ ਸਟਾਰਟ ਪਹਿਲਾਂ ਹੋਮ ਕੇਅਰ ਤੋਂ ਹੀ ਕਰਦੇ ਆ, ਫਿਰ ਉਹ ਹੌਲੀ ਹੌਲੀ ਅੱਗੇ ਵੱਧਦੇ ਆ, ਫੈਸਿਲਿਟੀਜ਼ ਦੇ ਵਿੱਚ ਜਾਂਦੇ ਆ, ਹਸਪੀਟਲ ਤੋਂ ਜਾਂਦੇ ਆ, ਤਾਂ ਮਤਲਬ ਅਗਰ ਕੋਈ ਐਜ਼ ਅ ਹੋਮ ਕੇਅਰ ਕੰਮ ਕਰ ਰਿਹਾ ਤਾਂ ਉਹਦਾ ਉਹਨਾਂ ਨੂੰ ਬੈਨੀਫਿਟ ਜ਼ਰੂਰ ਮਿਲਣਾ ਚਾਹੀਦਾ, ਲਾਈਕ ਥੋੜ੍ਹੇ ਜਿਹੇ ਬੋਨਸ ਪੁਆਇੰਟਸ ਮਿਲਣੇ ਚਾਹੀਦੇ ਆ PR ਦੇ ਵਿੱਚ, ਕਿ ਐਟਲੀਸਟ ਜਿਹੜਾ ਉਹਨਾਂ ਨੇ ਇਸ ਸਿਚੁਏਸ਼ਨ ਦੇ ਵਿੱਚ ਕੰਮ ਕੀਤਾ ਉਹਦਾ ਉਹਨਾਂ ਨੂੰ ਫਿਊਚਰ ਦੇ ਵਿੱਚ ਕੁਝ ਫਾਇਦਾ ਹੋਣਾ ਚਾਹੀਦਾ। ਜੀ, ਜਿਵੇਂ ਤੁਸੀਂ ਟੀਮ ਵੀ ਕੇਅਰ ਨਾਲ ਜੁੜੇ ਹੋਏ ਹੋ, ਤਾਂ ਇਹਦੇ ਵਿੱਚ ਹੈਲਥ ਕੇਅਰ ਵਰਕਰ ਜਿਹੜੇ ਹੋਰ ਵੀ ਬਹੁਤ ਸਾਰੇ ਸਟੂਡੈਂਟ ਨੇ ਹੈਗੇ ਨੇ, ਤੇ ਉਹ ਕੁਐਸਚਨਸ ਵੀ ਪੁੱਛਦੇ ਨੇ ਇਹਨਾਂ ਰਿਲੇਟਡ, ਕੋਈ ਐਵੇਂ ਦੇ ਕੁਐਸਚਨ ਹੈਗੇ ਨੇ ਜਿਹੜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਆਨਸਰ ਦੱਸਣਾ ਚਾਹੁੰਦੇ ਹੋ ਉਹਦੇ? ਹਾਂਜੀ, ਨੋ ਡਾਊਟ ਕਿ ਐਜ਼ ਅ ਹੋਮ ਕੇਅਰ ਜਦੋਂ ਆਪਾਂ ਹੈਲਥ ਕੇਅਰ ਏਡ ਦੇ ਵਿੱਚ ਕੰਮ ਕਰਦੇ ਹਾਂ, ਹੋਮ ਕੇਅਰ ਇੱਕ ਡਿਫਰੈਂਟ ਚੀਜ਼ ਆ ਗਈ, ਅਤੇ ਜਦੋਂ ਤੁਸੀਂ ਫੈਸਿਲਿਟੀਜ਼ ਦੇ ਵਿੱਚ ਕੰਮ ਕਰਦੇ ਹੋ ਉਹ ਵੀ ਡਿਫਰੈਂਟ ਚੀਜ਼ ਆ ਗਈ। ਬਟ ਪਹਿਲਾਂ ਸ਼ੁਰੂ ਇਹਦੇ ਤੋਂ ਕਰਕੇ ਫਿਰ ਉਹ ਤੋਂ ਬਾਅਦ ਤੁਹਾਨੂੰ ਰੈਫਰੈਂਸਿਸ ਚਾਹੀਦੀਆਂ ਨੇ ਤਾਂ ਕਿ ਤੁਸੀਂ ਫੈਸਿਲਿਟੀਜ਼ ਦਾ ਜਾਂ ਹਸਪੀਟਲ ਦੇ ਵਿੱਚ ਅਪਲਾਈ ਕਰ ਸਕੋ। ਤਾਂ ਹਮੇਸ਼ਾ ਮੈਂ ਇਹੀ ਸਲਾਹ ਦਊਂਗੀ ਜਿਹੜੇ ਵੀ ਐਜ਼ ਅ ਨਰਸਿੰਗ ਸਟੂਡੈਂਟ ਇੱਥੇ ਆਉਂਦੇ ਆ ਕਿ ਸਭ ਤੋਂ ਪਹਿਲਾਂ ਉਹ ਹੋਮ ਕੇਅਰ ਤੋਂ ਸਟਾਰਟ ਕਰਨ, ਫਿਰ ਹੀ ਉਹ ਇਸ ਫੀਲਡ ਦੇ ਵਿੱਚ ਆਪਣੇ ਪੈਰ ਜਮਾ ਸਕਦੇ ਆ। ਜੀ, ਥੈਂਕ ਯੂ ਸੋ ਮਚ ਗੱਲਬਾਤ ਲਈ ਲਵਪ੍ਰੀਤ, ਥੈਂਕ ਯੂ। ਤੁਸੀਂ ਫੂਡ ਸੈਕਟਰ 'ਚ ਕਿਹੜਾ ਕੰਮ ਕਰਦੇ ਹੋ, ਕਿਵੇਂ? ਮੈਂ ਜੀ ਲਾਈਨ ਕੁੱਕ, ਮਾਈਲਸਟੋਨਸ ਰੈਸਟੋਰੈਂਟ ਇੱਕ ਕੋਕਿਟਲਮ ਦੇ ਵਿੱਚ, ਉੱਥੇ ਮੈਂ ਲਾਈਨ ਕੁੱਕ ਦੇ ਵਿੱਚੋਂ ਕੰਮ ਕਰਦਾ ਜੀ। ਮੈਨੂੰ ਉੱਥੇ 3 ਸਾਲ ਦੇ ਆਲਮੋਸਟ ਹੋਣ ਵਾਲੇ ਕੰਮ ਕਰਦੇ ਵਿੱਚ। ਜੀ, ਤੇ ਫਿਰ ਜਿਵੇਂ ਤੁਸੀਂ ਇਹ ਕੰਮ ਕਰਦੇ ਹੋ ਤਾਂ ਬਹੁਤ ਸਾਰੇ ਕਸਟਮਰਸ ਨੂੰ ਵੀ ਤੁਸੀਂ ਮਿਲਦੇ ਹੋਗੇ ਹਰ ਰੋਜ਼, ਤੇ ਫਿਰ ਕੋਵਿਡ-19 ਦੀਆਂ ਹਦਾਇਤਾਂ ਨੂੰ ਲੈ ਕੇ ਇਸ ਕਿਵੇਂ ਧਿਆਨ ਰੱਖਦੇ ਹੋ ਤੇ ਕੀ ਮਨ ਵਿੱਚ ਡਰ ਹੈਗਾ? ਦੇਖੋ ਜੀ, ਡਰ ਤਾਂ ਓਬਵੀਅਸਲੀ ਸਾਰੀ ਦੁਨੀਆ ਦੇ ਵਿੱਚ ਹੈ, ਕਿਉਂਕਿ ਕੀ ਚੱਲ ਰਿਹਾ ਉਹ ਆਪਾਂ ਨੂੰ ਸਾਰਿਆਂ ਦੇ ਸਾਹਮਣੇ ਆ, ਕਿਵੇਂ ਕਰੋਨਾ ਵਾਇਰਸ ਦੇ ਨਾਲ ਜਿਹੜੇ ਲੋਕਾਂ ਦੀ ਆ ਉਹ ਜਿਹੜੇ ਦੇ ਕੇਸ ਆ ਉਹ ਵੱਧ ਰਿਹਾ ਦਿਨੋਂ ਦਿਨ, ਅਤੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ। ਅਤੇ ਦੂਜੀ ਰਹੀ ਗੱਲ ਹਦਾਇਤਾਂ ਦੀ, ਜੋ ਕੈਨੇਡਾ ਸਰਕਾਰ ਜਾਂ MBC ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕੋਵਿਡ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਸਤੇ, ਉਹ ਜਿਹੜੇ ਰੈਸਟੋਰੈਂਟ ਆ ਉਹਨਾਂ ਵਿੱਚ ਪੂਰੀ ਪਾਲਣਾ ਕੀਤੀ ਜਾ ਰਹੀ ਹੈ ਉਹਨਾਂ ਦੀ, ਅਤੇ ਅਸੀਂ ਮਾਸਕ ਲਾ ਕੇ ਕੰਮ ਕਰ ਰਹੇ ਹਾਂ, ਅਤੇ ਜਿਹੜੇ ਸਾਡੇ ਹੋਰ ਇੰਪਲੋਈ ਉਹ ਵੀ ਮਾਸਕ ਲਾ ਕੇ ਕੰਮ ਕਰ ਰਹੇ ਆ। ਜਿਹੜੇ ਰੈਸਟੋਰੈਂਟ ਦੇ ਵਿੱਚ ਗੈਸਟ ਆਉਂਦੇ ਆ ਉਹਨਾਂ ਨੂੰ ਵੀ ਅਸੀਂ ਰਿਕਮੈਂਡ ਕਰਦੇ ਹਾਂ ਵੀ ਪਲੀਜ਼ ਤੁਸੀਂ ਮਾਸਕ ਲਾਓ ਕੇ ਖੜੋ, ਅਤੇ 6 ਫੁੱਟ ਦੀ ਦੂਰੀ ਆ ਉਹ ਅਸੀਂ ਬਣਾ ਕੇ ਉੱਥੇ ਕੰਮ ਕਰਦੇ ਹਾਂ। ਜਿਹੜੇ ਜ਼ਮੀਨ ਦੇ ਉੱਤੇ ਗੋਲੇ ਬਣਾਏ ਗਏ ਆ ਵੀ ਲੋਕਾਂ ਦੇ ਖੜ੍ਹਨ ਵਾਸਤੇ ਵੀ ਉੱਥੇ ਖੜ੍ਹਨ, ਅਤੇ ਜਿਹੜੀ ਰੈਸਟੋਰੈਂਟ ਦੀ ਕੈਪੈਸਿਟੀ ਆ ਲੋਕਾਂ ਦੇ ਬੈਠਣ ਦੀ ਉਹ ਵੀ ਘਟਾ ਦਿੱਤੀ ਗਈ ਹੈ, ਅਤੇ ਉਹਨਾਂ ਦੇ ਵਿਚਾਲੇ ਜਿਹੜਾ ਫਾਸਲਾ ਇੱਕ ਟੇਬਲ ਤੋਂ ਦੂਜੇ ਟੇਬਲ ਦੇ ਵਿਚਾਲੇ ਉਹ ਜ਼ਿਆਦਾ ਕਰ ਦਿੱਤਾ ਗਿਆ। ਜੀ, ਅਤੇ ਫਿਰ ਉਹਦੇ ਵਿੱਚ ਉਹਨਾਂ ਦੇ ਲਿਸਟ ਵੀ ਨੇਮ ਵੀ ਲਿਖੇ ਜਾਂਦੇ ਨੇ ਜਿਹੜੇ ਆਉਂਦੇ ਨੇ? ਹਾਂਜੀ, ਉਹਨਾਂ ਦੇ ਅਸੀਂ ਨਾਮ ਵੀ ਲਿਖਦੇ ਹਾਂ ਉਹਨਾਂ ਦੇ ਕਿਹੜਾ ਆ, ਕਿਉਂਕਿ ਬਾਏ ਚਾਂਸ ਰੱਬ ਕਰਕੇ ਕਦੇ ਨਾ ਇੱਦਾਂ ਹੋਵੇ, ਪਰ ਜੇ ਕਿਸੇ ਨੂੰ ਵੀ ਕੋਈ ਕੋਵਿਡ ਤੋਂ ਪ੍ਰਭਾਵਿਤ ਹੋਵੇ ਤਾਂ ਅਸੀਂ ਉਸਨੂੰ ਟਰੈਕ ਕਰ ਸਕੀਏ ਅਤੇ ਉਹਦੀ ਸਾਰੀ ਤਰੀਕ ਕਰ ਸਕੀਏ, ਤੈਨੂੰ ਦੱਸ ਸਕੀਏ ਵੀ ਹਾਂਜੀ ਮਿਨਿਸਟਰੀ ਨੂੰ ਵੀ ਅਸੀਂ ਇਸ ਨਾਲ ਫੋਲੋਅਪ ਕਰ ਸਕਦੇ ਹਾਂ ਵੀ ਆਹ ਬੰਦਾ ਸਾਡੇ ਇੱਥੇ ਆਇਆ ਸੀਗਾ, ਅਤੇ ਉਹ ਵੀ ਉਸ ਦਾ ਧਿਆਨ ਰੱਖ ਸਕੇ, ਅਤੇ ਉਹਨਾਂ ਦੇ ਨਾਮ ਵਗੈਰਾ ਸਾਰੇ ਦਰਜ ਕੀਤੇ ਜਾਂਦੇ ਜਿਹੜਾ ਵੀ ਬੰਦਾ ਜਿਸ ਟਾਈਮ ਆਉਂਦਾ ਉਸ ਦੇ ਨਾਲ। ਜੀ, ਅਤੇ ਰਹੀ ਗੱਲ ਦੂਜੇ ਸਾਡੇ ਕਾਮਿਆਂ ਦੀ, ਅਤੇ ਸਾਡੇ ਵੀ ਤਾਪਮਾਨ ਪੂਰੇ ਚੈੱਕ ਹੁੰਦੇ ਆ, ਅਤੇ ਉਹਨਾਂ ਦੇ ਵੀ ਜਿਹੜੇ ਆਉਂਦੇ ਆ ਆਪਣੇ ਗੈਸਟ ਆਉਂਦੇ ਆ ਖਾਣ ਪੀਣ, ਉਹਨਾਂ ਦੇ ਵੀ ਤਾਪਮਾਨ ਚੈੱਕ ਕੀਤੇ ਜਾਂਦੇ ਆ ਜੀ। ਜੀ, ਅਤੇ ਫਿਰ ਜਿਹੜਾ ਹੁਣ 40 ਘੰਟੇ ਕੰਮ ਕਰਨ ਦੇ ਸਮਾਂ ਮਿਆਦ ਹੈ ਉਹ ਮੁੱਕਦੀ ਜਾ ਰਹੀ ਹੈ, ਹਜੇ ਪਤਾ ਨਹੀਂ ਕਿ ਅੱਗੇ ਵਧਾਉਣਗੇ ਕਿ ਨਹੀਂ, ਉਹ 'ਤੇ ਕੀ ਅੱਗੇ ਚੈਲੰਜ ਫੇਸ ਕਰੋਗੇ ਤੁਸੀਂ ਸੋਚ ਰਹੇ ਹੋ? ਇਸ ਦੇ ਨਾਲ ਜਿਹੜੀ ਵਿਦਿਆਰਥੀ ਨੂੰ 40 ਘੰਟੇ ਜਿਹੜਾ ਕੰਮ ਕਰਨ ਦੀ ਖੁੱਲ੍ਹ ਦਿੱਤੀ ਗਈ ਸਰਕਾਰ ਵੱਲੋਂ, ਉਹ ਸਰਕਾਰ ਦਾ ਇੱਕ ਵਧੀਆ ਫੈਸਲਾ ਸੀਗਾ, ਕਿਉਂਕਿ ਬਹੁਤਾਤ ਜਿਹੜੇ ਵਿਦਿਆਰਥੀਆਂ ਦੇ ਮਨ ਵਿੱਚ ਇੱਕ ਡਰ ਫੈਲ ਗਿਆ ਸੀਗਾ ਵੀ ਅਸੀਂ ਕੰਮ ਨਹੀਂ ਕਰਨਾ ਗਾ, ਅਤੇ ਉਹਨਾਂ ਦੇ ਪਿੱਛੇ ਬੈਠੇ ਘਰਦਿਆਂ ਦੁਆਰਾ ਵੀ ਇਹ ਕਿਹਾ ਜਾਂਦਾ ਵੀ ਤੁਸੀਂ ਕੰਮ 'ਤੇ ਨਾ ਜਾਓ, ਕਿਉਂਕਿ ਜ਼ਿੰਦਗੀ ਸਭ ਨੂੰ ਪਿਆਰੀ ਹੁੰਦੀ ਹੈ, ਅਤੇ ਇਸ ਕਰਕੇ ਜਿਹੜੇ ਸਟੂਡੈਂਟ ਚਾਹੁੰਦੇ ਸੀਗੇ ਕੰਮ ਕਰਨਾ ਉਹ ਉੱਥੇ ਗਏ, ਉਹਨਾਂ ਨੇ ਆਪਦਾ 40 ਘੰਟਿਆਂ ਦਾ ਕੰਮ ਜਿਹੜਾ ਸਰਕਾਰ ਨੇ ਉਹਨੂੰ ਅਲਾਓ ਕੀਤਾ ਸੀਗਾ ਉਹ 40 ਘੰਟੇ ਜਾਂ 40 ਘੰਟੇ ਤੋਂ ਵੱਧ ਕੰਮ ਕੀਤਾ, ਅਤੇ ਉਹ ਇਸ ਤਰੀਕੇ ਨਾਲ ਖੁਸ਼ ਸੀਗੇ ਉਹ ਕੰਮ ਕਰਕੇ। ਉਹਨਾਂ ਨੇ ਆਪਦੀ ਜਿਹੜੀ ਸਿਹਤ ਆ ਉਹਨੂੰ ਪਿੱਛੇ ਰੱਖ ਕੇ ਕੈਨੇਡਾ ਨੂੰ ਮੂਹਰੇ ਰੱਖਿਆ ਲੋਕਾਂ ਨੂੰ ਸਰਵ ਕਰਨ ਦੇ ਵਿੱਚ, ਕਿਉਂਕਿ ਆਪਾਂ ਦੇਖ ਸਕਦੇ ਹਾਂ ਵੀ ਟਰੱਕ ਵਾਲੇ ਜੋ ਟਰੱਕਰ ਸਾਰੇ ਆਉਂਦੇ ਆ ਉਹ ਡਿਲੀਵਰੀਆਂ ਕਰਦੇ ਆ ਫੂਡ ਦੀਆਂ, ਉਹਨਾਂ ਦੇ ਉਹ ਉੱਥੇ ਰੈਸਟੋਰੈਂਟ 'ਤੇ ਰੁਕਦੇ ਆ,
ਉਹਨਾਂ ਨੂੰ ਫੂਡ ਪ੍ਰੋਵਾਈਡ ਕਰਨ ਵਿੱਚ ਮਦਦ ਕੀਤੀ। ਫਰੰਟ ਲਾਈਨ ਜਿਹੜੇ ਵਰਕਰ ਹੋਰ ਵੀ ਫਾਇਰ ਫਾਈਟਰਸ ਹੋ ਗਏ ਜਾਂ ਐਂਬੂਲੈਂਸ ਪੈਰਾਮੈਡੀਕਲਸ ਵਾਲੇ ਹੋ ਗਏ ਜਾਂ ਪੁਲਿਸ ਵਾਲੇ ਹੋ ਗਏ, ਉਹ ਵੀ ਉੱਥੇ ਉਸ ਟਾਈਮ ਦੇ ਵਿੱਚ ਜਦੋਂ ਖੁੱਲ੍ਹੇ ਰਹੇ ਹੋ ਕੋਵਿਡ-19 ਕਰਕੇ ਜਿਹੜੇ ਰੈਸਟੋਰੈਂਟ ਆ, ਅਤੇ ਉਹਨਾਂ ਨੇ ਸਰਵ ਕੀਤਾ ਆਪਦੀ ਜਾਨ ਜੋਖਮ ਦੇ ਵਿੱਚ ਪਾ ਕੇ। ਅਤੇ ਸਰਕਾਰ ਨੂੰ ਸ਼ਾਇਦ ਇਹਦਾ ਕੁਛ ਰਿਵਾਰਡ ਦੇਣਾ ਚਾਹੀਦਾ ਸਟੂਡੈਂਟ ਨੂੰ। ਬਾਕੀ ਰਹੀ ਗੱਲ ਕੋਵਿਡ ਦੀ, ਤਾਂ ਕੋਵਿਡ ਜੇ ਖਤਮ ਨਹੀਂ ਹੋਏਗਾ, ਸਟਿਲ ਕੰਟੀਨਿਊਸਲੀ ਉਸੇ ਰਫਤਾਰ ਨਾਲ ਅੱਗੇ ਵਧ ਰਿਹਾ। ਅਤੇ ਹਜੇ ਵੀ ਵਿਦਿਆਰਥੀਆਂ ਦੇ ਜਾਂ ਦੂਜੇ ਲੋਕਾਂ ਦੇ ਮਨ ਵਿੱਚ, ਜਿਹੜੇ ਵਿਦਿਆਰਥੀ ਨਹੀਂ ਗਏ ਇੱਥੋਂ ਦੇ ਪੱਕੇ ਵਸਨੀਕ ਆ, ਉਹਨਾਂ ਦੇ ਮਨਾਂ ਵਿੱਚ ਵੀ ਡਰ ਹੈਗਾ। ਅਤੇ ਉਹ ਮੇਰੇ ਖਿਆਲ ਸ਼ਾਇਦ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਗਾ, ਪਰ ਜਿਹੜੇ ਕਰਨਾ ਚਾਹੁੰਦੇ ਆ ਸਰਕਾਰ ਨੂੰ ਜ਼ਰੂਰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇਹਨਾਂ ਨੂੰ ਜ਼ਰੂਰ ਵਧਾਉਣਾ ਚਾਹੀਦਾ। ਮੇਰੀ ਤਾਂ ਇਹੀ ਗੁਜ਼ਾਰਿਸ਼ ਹੈ। ਜਿਵੇਂ ਤੁਸੀਂ ਹੁਣ ਜਿਹੜੀ ਜਗ੍ਹਾ ਕੰਮ ਕਰ ਰਹੇ ਹੋ, ਜੇ ਉੱਥੇ ਹੁਣ 20 ਘੰਟੇ ਤੇ ਦੁਬਾਰਾ ਗੱਲ ਆ ਜਾਂਦੀ ਹੈ ਤੇ ਬਹੁਤ ਸਾਰੇ ਸਟੂਡੈਂਟ ਹੋਰ ਵੀ ਤੁਹਾਡੇ ਨਾਲ ਕੰਮ ਕਰਦੇ ਹੋਣੇ ਜੋ 40 ਘੰਟੇ ਹੁਣ ਕੰਮ ਕਰ ਸਕਦੇ ਨੇ, ਤੇ ਫਿਰ ਉਸ ਤੋਂ ਬਾਅਦ ਜਦੋਂ 20 ਘੰਟੇ ਤੇ ਗੱਲ ਆ ਜਾਂਦੀ ਹੈ, ਫਿਰ ਕੀ ਤੁਹਾਡੇ ਵਾਲੇ ਜਿਹੜੇ ਕੰਮ ਵਾਲੀ ਥਾਂ ਹੈ ਉੱਥੇ ਹੋਰ ਵਰਕਰ ਹਾਇਰ ਕੀਤੇ ਜਾਣਗੇ ਕੰਮ ਪੂਰਾ ਕਰਨ ਲਈ? ਜਿਹੜੇ ਅੱਜ ਬਹੁਤਾਤ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਵਿੱਚੋਂ, ਅਤੇ ਜਿਹੜੇ ਉਹਨਾਂ ਦੇ ਘਰ ਦੇ ਆ, ਉਹਨਾਂ ਨੂੰ ਇਹ ਰੋਕ ਹੀ ਰਿਹਾ ਵੀ ਤੁਸੀਂ ਨਾ ਕੰਮ ਕਰੋ, ਘਰੇ ਰਹੋ ਆਪਦੇ, ਤਾਂ ਕਿ ਤੁਹਾਨੂੰ ਕਿਤੇ ਇੱਦਾਂ ਇਨਫੈਕਸ਼ਨ ਹੋਵੇ। ਥੋੜ੍ਹੀ ਆਪ ਵੀ ਲੋਕ ਡਰ ਰਹੇ ਆ। ਅਤੇ ਇਸ ਕਰਕੇ ਜਿਹੜਾ ਸਾਰਾ ਮੁੱਦਾ ਹੁੰਦਾ ਰੈਸਟੋਰੈਂਟ ਦੇ ਵਿੱਚ, ਇੱਕ ਸ਼ੁਰੂ ਤੋਂ ਬੇਸਿਕ ਟ੍ਰੇਨਿੰਗ ਹੁੰਦੀ ਆ, ਅਤੇ ਜਿਹੜਾ ਫਿਲਹਾਲ ਟਾਈਮ ਚੱਲ ਰਿਹਾ ਉਸ ਦੇ ਵਿੱਚ ਕੋਈ ਕਿਸੇ ਨੂੰ ਟ੍ਰੇਨਿੰਗ ਨਹੀਂ ਦੇਣਾ ਚਾਹੁੰਦਾ, ਕਿਉਂਕਿ ਤੁਸੀਂ ਇੱਕ ਤੋਂ ਫਾਸਲਾ ਰੱਖ ਕੇ ਅਸੀਂ ਕੰਮ ਵੀ ਕਰਨਾ ਹੁੰਦਾ ਕਿਸੇ ਤੋਂ, ਅਤੇ ਜੇ ਤੁਸੀਂ ਕਿਸੇ ਨੂੰ ਟ੍ਰੇਨਿੰਗ ਦੇਣੀ, ਕਿਸੇ ਨੂੰ ਟ੍ਰੇਨ ਕਰਨਾ, ਤਾਂ ਬਿਲਕੁਲ ਨਜ਼ਦੀਕ ਜਾ ਕੇ ਉਹਨੂੰ ਸਾਰਾ ਕੁਝ ਟ੍ਰੇਨ ਕਰਨਾ ਪੈਣਾ। ਅਤੇ ਨਾ ਹੀ ਐਡਾ ਰਿਸਕ ਜਿਹੜੇ ਹੈਗੇ ਆ ਰੈਸਟੋਰੈਂਟ ਵਾਲੇ ਜਿਹੜੇ ਮਾਲਕ ਹੁੰਦੇ ਆ, ਓਨਰ ਹੁੰਦੇ ਆ, ਉਹ ਲੈਣਾ ਚਾਹੁੰਦੇ ਆ, ਕਿਉਂਕਿ ਉਹ ਨਵਾਂ ਬੰਦਾ ਜਦੋਂ ਕਿਤੇ ਵੀ ਆਉਂਦਾ, ਕਿਉਂਕਿ ਜਿਹਨਾਂ ਨੂੰ ਆਪਾਂ ਨਿੱਤ ਮਿਲਦੇ ਉਹਨਾਂ ਨੂੰ ਤਾਂ ਆਪਾਂ ਨਿੱਤ ਮਿਲਦੇ ਹਾਂ, ਸੋ ਉਹਨਾਂ ਬਾਰੇ ਆਪਾਂ ਨੂੰ ਪਤਾ ਹੁੰਦਾ, ਪਰ ਜਿਹੜਾ ਨਵਾਂ ਬੰਦਾ ਆਉਂਦਾ ਉਸ ਦੇ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ। ਆਪਾਂ ਨਹੀਂ ਜਾਣਦੇ ਕਿ ਕੀ ਉਹ ਕੋਵਿਡ ਤੋਂ ਪ੍ਰਭਾਵਿਤ ਹੈ ਜਾਂ ਨਹੀਂ। ਸੋ ਇਸ ਕਰਕੇ ਇੱਕ ਬਹੁਤ ਵੱਡਾ ਰਿਸਕ ਫੈਕਟਰ ਆ ਇੰਪਲੋਇਰ ਵਾਸਤੇ, ਜਿਹੜੇ ਉੱਥੇ ਬੰਦੇ ਕੰਮ ਕਰ ਰਹੇ ਉਹਨਾਂ ਵਾਸਤੇ, ਕਾਮਿਆਂ ਵਾਸਤੇ, ਗੈਸਟਾਂ ਬਾਰੇ, ਸਾਰਿਆਂ ਵਾਸਤੇ। ਜਿਵੇਂ ਤੁਸੀਂ ਕਿਹਾ ਕਿ ਫੈਮਲੀਜ਼ ਵੱਲੋਂ ਪਿੱਛੋਂ ਕਿਹਾ ਜਾਂਦਾ ਹੈ ਕਿ ਡਰ ਹੁੰਦਾ ਉਹਨਾਂ ਨੂੰ ਕਿ ਤੁਸੀਂ ਕੰਮ ਤੇ ਨਾ ਜਾਓ, ਤੁਹਾਡੀ ਫੈਮਿਲੀ ਨੇ ਵੀ ਕਿਹਾ ਸੀ? ਹਾਂਜੀ, ਮੇਰੀ ਫੈਮਿਲੀ ਨੇ ਵੀ ਜ਼ਰੂਰ ਕਿਹਾ ਸੀ ਵੀ ਤੁਸੀਂ ਨਾ ਜਾਓ, ਵੀ ਤੁਸੀਂ ਆਪਦਾ ਘਰੇ ਬੈਠੋ। ਪਰ ਫਿਰ ਅਸੀਂ ਸਮਝਾਇਆ ਵੀ ਇਸ ਟਾਈਮ ਜਦੋਂ ਦੇਖੋ ਆਪਾਂ ਸਾਰੇ ਸਿੱਖ ਪਰਿਵਾਰਾਂ ਨੂੰ ਬਿਲੋਂਗ ਕਰਦੇ ਹਾਂ, ਜਾਂ ਪੰਜਾਬੀਆਂ ਦੀ ਵੀ ਵੈਸੇ ਇੱਕ ਹੈਗੀ ਹੈ ਗੱਲ ਵੀ ਆਪਾਂ ਜਿਹੜੀ ਮਨੁੱਖਤਾ ਉਹਨੂੰ ਮੂਹਰੇ ਰੱਖਦੇ ਹਾਂ ਆਪਦੇ ਆਪ ਤੋਂ, ਵੀ ਆਪਾਂ ਜਾਨਾਂ ਵਾਰ ਸਕਦੇ ਹਾਂ। ਸੋ ਇਹ ਮੈਂ ਬਾਅਦ ਵਿੱਚ ਉਹਨਾਂ ਨੂੰ ਸਮਝਾਇਆ ਅਤੇ ਉਹਨਾਂ ਨੇ ਮੈਨੂੰ ਇਸ ਗੱਲ ਲਈ ਹੱਲਾਸ਼ੇਰੀ ਦਿੱਤੀ। ਅਤੇ ਬਾਕੀ ਵੀ ਜਿਹੜੇ ਹੋਰ ਵੀ ਵਿਦਿਆਰਥੀ ਆ, ਹੋਰ ਜਿਹੜਾ ਵੀ ਬੰਦਾ ਜਿਹੜੀ ਨਹੀਂ ਵਿਦਿਆਰਥੀ ਆ, ਉਹ ਇਸ ਔਖੀ ਘੜੀ ਵਿੱਚ ਕੰਮ ਕਰ ਰਿਹਾ ਮੂਹਰੇ ਆ ਕੇ, ਤਾਂ ਉਹਨੂੰ ਸਲਾਮ ਕਰਨੀ ਬਣਦੀ ਹੈ ਸਾਰਿਆਂ ਨੂੰ, ਉਹਨੂੰ ਕੋਈ ਨਾ ਕੋਈ ਰਿਵਾਰਡ ਦੇਣਾ ਬਣਦਾ ਜੀ। ਅਤੇ ਫਿਰ ਤੁਹਾਡੇ ਕੋਲ ਤੁਸੀਂ ਕਿਵੇਂ ਦੇ ਜਿਹੜੇ ਸਵਾਲ ਆਉਂਦੇ ਨੇ ਹੋਰ ਸਟੂਡੈਂਟਸ, ਅਤੇ ਉਹਨਾਂ ਨਾਲ ਕਿਵੇਂ ਡੀਲ ਕਰਦੇ ਹੋ? ਕਿਹੋ ਜਿਹੇ ਸਵਾਲ ਮੇਨ ਨੇ ਫੂਡ ਸੈਕਟਰ 'ਚ ਲੋਕ ਪੁੱਛਦੇ ਨੇ? ਫੂਡ ਸੈਕਟਰ ਜਿਹੜੇ ਮੇਨ ਸਵਾਲ ਆ ਸਟੂਡੈਂਟ ਬਾਰੇ, ਤਾਂ ਉਹ ਤਾਂ ਇਹੀ ਪੁੱਛੇ ਜਾਂਦੇ ਆ ਵੀ ਹਾਂ ਵੀ ਕੀ ਅਸੀਂ ਇੱਥੇ ਕਿਤੇ ਕੰਮ ਕਰਨ ਜਾਵਾਂਗੇ ਤਾਂ ਕਿ ਅਸੀਂ ਕੋਵਿਡ ਤੋਂ ਪ੍ਰਭਾਵਿਤ ਤਾਂ ਨਹੀਂ ਹੋਵਾਂਗੇ, ਕਿ ਸਾਰੀਆਂ ਜਿਹੜੀਆਂ ਪ੍ਰੀਕਾਸ਼ਨਸ ਆ ਉਹ ਵਰਤੀਆਂ ਜਾ ਰਹੀਆਂ, ਵੀ ਇਹ ਸਾਰਾ ਕੁਝ ਸਟੂਡੈਂਟਾਂ ਦੁਆਰਾ ਪੁੱਛਿਆ ਜਾ ਰਿਹਾ। ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨ ਤੋਂ ਬਿਨਾਂ ਜਿਹੜੇ ਕੰਮ ਨਹੀਂ ਖੋਲ੍ਹੇ ਸੀਗੇ, ਹੁਣ ਦੁਬਾਰਾ ਖੁੱਲ੍ਹੇ, ਰੀਓਪਨ ਹੋਇਆ ਕੰਮ ਦੁਬਾਰਾ, ਅਤੇ ਜ਼ਰੂਰ ਉਹਨਾਂ ਦੀ ਪਾਲਣਾ ਹੋ ਰਹੀ ਹੈ। ਇੰਸਪੈਕਟਰਸ ਆ ਕੇ ਸਮੇਂ-ਸਮੇਂ 'ਤੇ ਚੈੱਕ ਕਰਦੇ ਆ, ਸਿਟੀ ਦੇ ਇੰਸਪੈਕਟਰਸ ਆਉਂਦੇ ਆ, ਬਾਇਲਾਸ ਆਉਂਦੇ ਆ, ਸਾਰੇ ਉਹ ਸਮੇਂ-ਸਮੇਂ 'ਤੇ ਚੈੱਕ ਕਰਦੇ ਆ। ਬਿਲਕੁਲ, ਇੱਥੇ ਇਹ ਵੀ ਇਹ ਗੱਲ ਕਿ ਸਭ ਤੋਂ ਵੱਧ ਜਿਹੜੇ ਉੱਤੇ ਅਸੀਂ ਬਾਰ-ਬਾਰ ਕਹਿੰਦੇ ਹਾਂ ਇਹ ਗੱਲ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਲਾਪਰਵਾਹੀ ਵਰਤੀ ਜਾ ਰਹੀ ਹੈ ਕੰਮ ਵਾਲੀ ਥਾਂ ਦੇ ਉੱਤੇ, ਤਾਂ ਆਪਣੀ ਜ਼ਿੰਦਗੀ ਨੂੰ ਵੀ ਖਤਰੇ 'ਚ ਨਾ ਪਾਓ, ਅਤੇ ਤੁਹਾਡੇ ਨਾਲ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਵਾਸਤੇ ਵੀ ਤੁਸੀਂ ਇਸ ਮੌਕੇ ਜੋ ਫਾਇਦਾ ਦੇ ਸਕਦੇ ਹੋ, ਉਹਨਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਤੋਂ ਬਚਾ ਸਕਦੇ ਹੋ। ਕਿ ਵਰਕ ਸੇਫ BC ਨੂੰ, ਜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ, ਜੇ ਕਿਸੇ ਹੋਰ ਸੂਬੇ ਦੇ ਵਿੱਚ, ਉਸ ਸੂਬੇ ਦੇ ਜੋ ਵਰਕ ਸੇਫ ਦੇ ਵਿਭਾਗ ਨੇ ਉਹਨਾਂ ਨਾਲ ਸੰਪਰਕ ਜ਼ਰੂਰ ਕਰੋ। ਇਹਦੇ ਵਿੱਚ ਤੁਹਾਨੂੰ ਇਹ ਡਰਨ ਦੀ ਲੋੜ ਨਹੀਂ ਹੈਗੀ ਕਿ ਤੁਹਾਡੀ ਪਛਾਣ ਪੁੱਛੀ ਜਾਊਗੀ। ਇਹਦੇ ਵਿੱਚ ਤੁਸੀਂ ਐਨੋਨਿਮਸ ਹੋ ਕੇ ਤੁਸੀਂ ਆਪਣੀ ਪਛਾਣ ਦੱਸੇ ਬਿਨਾਂ ਵੀ ਸ਼ਿਕਾਇਤ ਕਰ ਸਕਦੇ ਹੋ, ਜਿਸ ਤੋਂ ਬਾਅਦ ਇੰਸਪੈਕਟਰ ਨੇ ਜੋ ਕੋਵਿਡ-19 ਦੇ ਦੌਰਾਨ ਹੋਰ ਜ਼ਿਆਦਾ ਗਿਣਤੀ ਦੇ ਵਿੱਚ ਕੰਮ ਦੇ ਉੱਤੇ ਲੱਗੇ ਹੋਏ ਨੇ, ਉਹ ਚੈਕਿੰਗ ਕਰਨ ਆਉਂਦੇ ਨੇ ਅਤੇ ਕੰਮ ਵਾਲੀ ਥਾਂ ਦੀ ਸੁਰੱਖਿਆ ਨੂੰ ਸਥਾਈ ਬਣਾਉਂਦੇ ਨੇ।